ਮਨ ਹੈ ਪਰਜੀਵੀ। ਮਨ ਪੈਦਾ ਹੁੰਦਾ ਹੈ ਪਰ ਤੋਂ, ਦੂਸਰਿਆਂ ਤੋਂ। ਇਸ ਕਰਕੇ ਆਦਮੀ ਦੂਸਰਿਆਂ ਤੋਂ ਧਿਆਨ ਮੰਗਦਾ ਹੈ। ਮੈਂ ਸੁੰਦਰ ਹੋਵਾਂ, ਦੂਸਰੇ ਜ਼ਿਆਦਾ ਆਕਰਸ਼ਿਤ ਹੋਣ, ਇਹ ਧਿਆਨ ਦੀ ਮੰਗ ਹੈ। ਇਹਦੇ ਨਾਲ ਮਨ ਤ੍ਰਿਪਤ ਹੁੰਦਾ ਹੈ। ਸੁੰਦਰ ਲੋਕ ਬਹੁਤ ਹੰਕਾਰੀ ਹੋ ਜਾਂਦੇ। ਮੈਂ ਬੁੱਧੀਸ਼ਾਲੀ ਹੋਵਾਂ, ਚੰਗੀਆਂ ਗੱਲਾਂ ਕਰਾਂ, ਵਧੀਆ ਪ੍ਰਚਾਰ ਕਰਾਂ, ਵਧੀਆ ਦਿਖਾਂ ਬਾਹਰ, ਧਾਰਮਿਕ ਜਾਂ ਰਾਜਨੀਤਿਕ ਤਲ 'ਤੇ ਕੁਛ ਕਰਾਂ, ਲੋਕ ਪ੍ਰਭਾਵਿਤ ਹੋਣ, ਮੇਰੇ ਵੱਲ ਧਿਆਨ ਦੇਣ। ਤੋ ਜਿਹੜੀ ਧਿਆਨ ਦੀ ਮੰਗ ਹੈ, ਧਿਆਨ ਦੇਣ, ਖੁਸ਼ਾਮਦ ਕਰਨ, ਵਡਿਆਈ ਕਰਨ, ਉਹਦੇ ਨਾਲ ਮਨ ਤ੍ਰਿਪਤ ਹੁੰਦਾ। ਮਨ ਦੀ ਖੁਰਾਕ। ਫਿਰ ਜਿੰਨਾ ਜ਼ਿਆਦਾ ਹੋਣ ਓਨਾ ਜ਼ਿਆਦਾ ਵਧੀਆ ਲੱਗਦਾ। ਤੇ ਆਦਮੀ ਧਿਆਨ ਹੀ ਮੰਗਦਾ ਹੈ। ਗ੍ਰਸਤੀ ਲੋਕ ਆਪਣੇ ਬੱਚਿਆਂ ਕੋ ਧਿਆਨ ਮੰਗਦੇ ਹਨ। ਪਤੀ ਪਤਨੀ ਕੋ ਧਿਆਨ ਮੰਗਦਾ, ਪਤਨੀ ਪਤੀ ਕੋ ਮੰਗਦੀ ਹੈ, ਤੂੰ ਧਿਆਨ ਨਹੀਂ ਦੇ ਰਿਹਾ ਮੇਰੇ ਵੱਲ। ਉਹ ਵਾਰ-ਵਾਰ ਕਹਿੰਦੀ ਰਹਿੰਦੀ। ਬੱਚੇ ਕਹਿੰਦੇ ਰਹਿੰਦੇ ਸਾਡੇ ਵੱਲ ਧਿਆਨ ਨਹੀਂ ਦਿੰਦੇ। ਹਰ ਇੱਕ ਇਹੋ ਕਹਿੰਦਾ ਰਹਿੰਦਾ। ਦੋਸਤ ਕਹਿੰਦੇ ਰਹਿੰਦੇ ਆ ਟੈਲੀਫੋਨ ਨਹੀਂ ਕਰਦੇ, ਧਿਆਨ ਨਹੀਂ ਦਿੰਦੇ। ਦੱਸੋ ਕਿਹਦੇ ਵੱਲ ਦਿਓਗੇ ਧਿਆਨ ਤੁਸੀਂ? ਸਭ ਧਿਆਨ, ਸਭ ਮੰਗਤੇ ਹਨ, ਭਿਖਾਰੀ ਹਨ, ਬਾਹਰੋਂ ਧਿਆਨ ਮੰਗ ਰਹੇ ਹਨ। ਇਹੋ ਹੀ ਕਿਹਾ ਸੀ ਨਾ ਰਵਿਦਾਸ ਜੀ ਨੇ ਕਿ ਸਮਰਾਟ ਸਿੰਘਾਸਨ 'ਤੇ ਸੁੱਤਾ ਸੀ, ਭਿਖਾਰੀ ਹੋ ਗਏ। ਇੱਦਾਂ ਹੀ ਤੁਹਾਡੀ ਆਤਮਾ ਅੰਦਰ ਸਿੰਘਾਸਨ 'ਤੇ ਸੁੱਤੀ ਹੋਈ, ਤੁਸੀਂ ਬਾਹਰ ਭਿਖਾਰੀ ਬਣੇ ਤੁਰੇ ਫਿਰਦੇ। ਦੂਜਾ ਕੋ ਧਿਆਨ ਮੰਗਦੇ ਹੋ, ਕਿਸੇ ਕੋ ਪਿਆਰ ਮੰਗਦੇ ਹੋ। ਪਿਆਰ ਵੀ ਧਿਆਨ ਹੀ ਹੈ। ਤੇ ਅੰਦਰ ਇਹੋ ਹੀ ਹੈ ਸੁਪਨਾ, ਖਿਆਲ ਵਿੱਚ ਰੱਖੋ। ਕਹਿੰਦੇ ਨਾ ਅਛਤ ਰਾਜ ਬ੍ਰਿਛੁਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਉਹ ਹਾਲ ਤੁਹਾਡਾ ਹੈ। ਆਪਣਿਆਂ ਕੋ ਭੀਖ ਮੰਗਦੇ, ਇਸੇ ਕਰਕੇ ਕਮਾਈਆਂ ਕਰਦੇ। ਕਮਾਈਆਂ ਕਿਉਂ ਕਰ ਰਹੇ? ਇਸੇ ਕਰਕੇ ਕਰਦੇ ਹੋ ਨਾ। ਬਾਹਰੋਂ ਕੋਈ ਮੇਰੇ ਨਾਲ ਜੁੜਿਆ ਰਵੇ, ਆਪਣਾ ਹੋਵੇ, ਧਿਆਨ ਦਿੰਦਾ ਰਵੇ ਕੋਈ। ਹੁਣ 4 ਪੈਸੇ ਹੱਥ 'ਤੇ ਧਰੋਗੇ ਤਾਂ ਹੀ ਧਿਆਨ ਮਿਲੂਗਾ। ਧਿਆਨ ਵੀ ਮੁਫਤ ਥੋੜ੍ਹੀ ਮਿਲਦਾ ਹੈ। ਸੰਸਾਰ ਦੇ ਵਿੱਚ ਮੁਫਤ ਥੋੜ੍ਹੀ ਮਿਲਦਾ ਕੁਝ। ਅਗਲੇ ਕਹਿੰਦੇ ਕੁਛ ਦਿਓ, ਕੁਛ ਪੈਸਾ ਟਕਾ ਦਿਓ ਤਾਂ ਧਿਆਨ ਦੇਵਾਂਗੇ। ਘਰ ਵਾਲੀ ਵੀ ਕਈ ਵਾਰ ਕਹਿ ਦਿੰਦੀ ਪੈਸੇ ਦਿੰਦੇ ਨਹੀਂ ਤੁਸੀਂ, ਧਿਆਨ ਕੀ ਦੇਵਾਂ ਮੈਂ ਤੁਹਾਡੇ ਵੱਲ। ਤੇ ਕੁਛ ਦਿਓ ਤੇ ਤਾਂ ਧਿਆਨ। ਲੈਣ ਦੇਣ ਦਾ ਧੰਦਾ ਹੈ ਨਾ ਸੰਸਾਰ। ਤੇ ਤੁਸੀਂ ਬਾਹਰੋਂ ਧਿਆਨ ਮੰਗਦੇ ਹੋ। ਧਿਆਨ ਹੀ ਮਨ ਦੀ ਖੁਰਾਕ ਹੈ, ਖਿਆਲ ਵਿੱਚ ਰੱਖੋ। ਤੇ ਜਿੰਨਾ ਜ਼ਿਆਦਾ ਧਿਆਨ ਲੈਣ ਨੂੰ ਕੋਈ ਕਾਮਯਾਬ ਹੋ ਗਿਆ, ਓਨਾ ਹੀ ਵੱਡਾ ਉਹਦਾ ਜੀਵ ਹੋ ਗਿਆ। ਮਨ ਰੂਪੀ ਜੀਵ ਕਹਿ ਲਓ। ਮਨ ਬਹੁਤ ਬੜਾ ਹੋ ਗਿਆ। ਕਹਿੰਦੇ ਹਾਥੀ ਵਰਗਾ ਹੋ। ਹੁਣ ਉਹ ਅਗਰ ਖੰਡ ਥੱਲੇ ਖਿਲਰੀ ਹੋਵੇ ਤੇ ਹਾਥੀ ਕਿਵੇਂ ਚੜੂਗਾ? ਕਬੀਰ ਜੀ ਕਿਹਾ ਵੀ ਹੈ ਨਾ, ਖਾਂਡ ਬਿਖਰੀ ਰੇਤ ਮੇ ਹਸਤੀ ਚੁਨੀ ਨਾ ਜੀ। ਹੁਣ ਹਾਥੀ ਕਿਵੇਂ ਚੜੂ? ਚੀਟੀ ਹੋਏ ਕੇ ਖਾਏ। ਉਹਨਾਂ ਦਾ ਕਹਿਣ ਦਾ ਭਾਵ ਹੈ ਵੀ ਹਾਥੀ ਬਹੁਤ ਵੱਡਾ ਮਨ ਹੋ ਗਿਆ ਤੇ ਓਨਾ ਹੀ ਮਨ ਕਠੋਰ ਵੀ ਹੋ ਜਾਂਦਾ ਹੈ। ਐਸੇ ਲੋਕ ਜਿਹੜੇ ਜ਼ਿਆਦਾ ਹੰਕਾਰੀ ਹੁੰਦੇ ਹਨ ਨਾ, ਜ਼ਿਆਦਾ ਮਜ਼ਬੂਤ ਹੋ ਗਿਆ ਮਨ।
ਜ਼ਿਆਦਾ ਬੜਾ ਹੋ ਗਿਆ, ਵਿਸਥਾਰ ਦੇ ਵਿੱਚ ਪਹੁੰਚ ਗਈ। ਉਹ ਕਠੋਰ ਵੀ ਹੋ ਜਾਂਦੇ ਹਨ, ਹਿੰਸਕ ਵੀ ਹੋ ਜਾਂਦੇ। ਤੇ ਮਨ ਹੈ ਪਰਜੀਵੀ, ਤੇ ਜਿੰਨਾ ਦੂਸਰਿਆਂ ਕੋਲੋਂ ਜੀਵਨ ਜ਼ਿਆਦਾ ਮਿਲਦਾ ਓਡਾ ਵੱਡਾ ਜੀਵ ਬਣ ਜਾਂਦਾ। ਤੇ ਇਹ ਜਿਹੜੇ ਤੁਸੀਂ ਬਾਹਰ ਦੇਖਦੇ ਹੋ, ਜਿਨ੍ਹਾਂ ਦੀ ਲੋਕ ਪ੍ਰਸ਼ੰਸਾ ਕਰਦੇ ਹਨ, ਭਾਵੇਂ ਧਾਰਮਿਕ ਹੋਣ, ਬਹੁਤ ਸਾਰੇ ਧਾਰਮਿਕ ਵੀ ਹੈ, ਉਹ ਵੀ ਇਸੇ ਢੰਗ ਦੇ ਨਾਲ ਲੋਕਾਂ ਨੂੰ ਜੋੜਦੇ ਹੀ ਰਹਿੰਦੇ ਹਨ ਸਾਰੀ ਜ਼ਿੰਦਗੀ। ਉਹ ਵੀ ਧਿਆਨ ਮੰਗਦੇ, ਕੋਈ ਕਥਾ ਸੁਣਾ ਕੇ ਮੰਗ ਰਿਹਾ, ਕੋਈ ਕੀਰਤਨ ਸੁਣਾ ਕੇ ਮੰਗ ਰਿਹਾ, ਕੋਈ ਢਾਡੀ ਵਾਰਾਂ ਗਾ ਕੇ ਮੰਗ ਰਿਹਾ, ਨਾਲ ਨਾਲ ਪੈਸਾ ਵੀ। ਹੁਣ ਧਿਆਨ ਦਿਓਗੇ ਤਾਂ ਹੀ ਪੈਸਾ ਦਿਓਗੇ ਨਾ, ਤੋ ਸਭ ਮੰਗ ਰਹੇ ਹਨ। ਹੁਣ ਕੋਈ ਵਧੀਆ ਸੁਣਾਵੇਗਾ, ਤੁਸੀਂ ਖੁਸ਼ ਹੋਵੋਗੇ, ਤੁਸੀਂ ਧਿਆਨ ਦੇਵੋਗੇ ਉਹਦੇ ਵੱਲ, ਨਾਲੇ ਪੈਸਾ ਦਿਓ, ਤੁਹਾਨੂੰ ਦੋਵੇਂ ਚੀਜ਼ਾਂ ਮਿਲ ਜਾਂਦੀਆਂ। ਇਸ ਕਰਕੇ ਕਲਾਕਾਰ ਜਿਹੜੇ ਹਨ, ਉਹਨਾਂ ਨੂੰ ਦੌਲਤ ਤੇ ਸ਼ੋਹਰਤ ਦੋਵੇਂ ਚੀਜ਼ਾਂ ਮਿਲ ਜਾਂਦੀਆਂ, ਤੇ ਬਹੁਤ ਲੋਕ ਕਲਾਕਾਰ ਬਣਨਾ ਚਾਹੁੰਦੇ ਹਨ। ਇਸੇ ਕਾਰਨ ਵੀ ਉੱਥੇ ਬਾਹਰੋਂ ਵੀ ਲੋਕ ਬਹੁਤ ਸਾਰੇ ਧਿਆਨ ਦਿੰਦੇ ਹਨ, ਆਕਰਸ਼ਿਤ ਹੁੰਦੇ ਹਨ, ਜੁੜ ਜਾਂਦੇ, ਤੇ ਧਨ ਦੌਲਤ ਦੀ ਵੀ ਕਮੀ ਨਹੀਂ ਰਹਿੰਦੀ। ਇੱਦਾਂ ਹੀ ਰਾਜਨੀਤਿਕ ਲੋਕਾਂ ਦਾ ਹਾਲ ਹੈ। ਤੇ ਅਜੋਕੇ ਸਮੇਂ 'ਚ ਬਹੁਤ ਲੋਕ ਇਸੇ ਢੰਗ ਦੇ ਨਾਲ ਲੱਗੇ ਹੋਏ ਹਨ। ਆ ਸੋਸ਼ਲ ਮੀਡੀਆ ਕਰਕੇ ਵੀ ਬਹੁਤ ਸਾਰੇ ਲੱਗੇ ਹੋਏ, ਇਹਦੇ 'ਤੇ ਹੀ ਆਕਰਸ਼ਿਤ ਕਰਦੇ ਰਹਿੰਦੇ ਹਨ ਕਿਸੇ ਨਾ ਕਿਸੇ ਢੰਗ ਨਾਲ। ਕੋਈ ਫੋਟੋਆਂ ਹੀ ਖਿਚਾਈ ਜਾਂਦਾ ਹੈ, ਕੋਈ ਕੁਛ ਰਿਕਾਰਡਿੰਗਾਂ ਬਣਾ ਪਾਈ ਜਾਂਦਾ ਹੈ, ਕੋਈ ਕੁਛ ਕਰ ਰਿਹਾ ਹੈ, ਕੋਈ ਕੁਛ, ਕਿਸੇ ਨਾ ਕਿਸੇ ਢੰਗ ਨਾਲ ਹਰ ਇੱਕ ਲੱਗਾ ਹੋਇਆ। ਕੁਛ ਨਾ ਕੁਛ ਤੇ ਲੋਕ ਜੁੜਨ। ਫਿਰ ਪੁੱਛ ਵੀ ਲੈਂਦੇ ਹਨ ਕਿੰਨੇ ਕੁ ਜੁੜੇ ਹੋਏ ਹਨ, ਕਿੰਨੇ ਕੁ ਲਾਈਕ ਕਰਦੇ। ਜਿੰਨੇ ਕੁ ਜ਼ਿਆਦਾ ਕਰਦੇ ਉਹਨਾਂ ਉਹ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ। ਹੁਣ ਖੁਸ਼ੀ ਕੀ ਮਹਿਸੂਸ ਕਰ ਰਿਹਾ ਹੈ, ਦੇਖੋ, ਖਿਆਲ ਕਰੋ ਤੁਸੀਂ। ਅਗਰ ਕਿਸੇ ਨੂੰ ਦੱਸ ਦੇਵੇ ਤੈਨੂੰ ਲੱਖਾਂ ਹੀ ਲੋਕ ਲਾਈਕ ਕਰ ਰਹੇ ਹਨ ਆਹ ਸੋਸ਼ਲ ਮੀਡੀਆ 'ਤੇ, ਤਾਂ ਉਹਨੂੰ ਖੁਸ਼ੀ ਕਿਉਂ ਹੁੰਦੀ ਹੈ? ਸਿਰਫ ਖਿਆਲ ਕਰਕੇ ਹੀ ਨਾ, ਕਿ ਮੈਨੂੰ ਦੇਖੋ ਲੱਖਾਂ ਹੀ ਲੋਕਾਂ ਨੇ ਸੁਣ ਲਿਆ, ਤਾਂ ਉਹਦੇ ਮਨ ਨੂੰ ਖੁਰਾਕ ਮਿਲੇ ਕਿ ਮੈਂ ਕੁਛ ਬਣ ਗਿਆ, ਹੋ ਗਿਆ। ਦੇਖੋ, ਤੇ ਇਹ ਮਨ ਖੁਰਾਕ ਦੂਸਰਿਆਂ ਤੋਂ ਪਾਉਂਦਾ ਹੈ, ਸੰਸਾਰ ਵਿੱਚੋਂ ਪਾਉਂਦਾ ਹੈ। ਇਸ ਕਾਰਨ ਇਸ ਮਨ ਨੂੰ ਛੱਡਣਾ ਔਖਾ ਹੈ, ਕਿਉਂਕਿ ਇਹਦੀ ਖੁਰਾਕ ਬੰਦ ਕਰੋ ਤੇ ਮਰਦਾ ਹੈ। ਫਿਰ ਮਰਦਾ ਹੈ ਤੇ ਇਹ ਮਨ ਨੂੰ ਵੀ ਨਹੀਂ ਚੰਗਾ ਲੱਗਦਾ ਹੈ। ਜਿਵੇਂ ਸਰੀਰ ਤੁਹਾਡਾ ਦੁਰਬਲ ਹੋਵੇ ਤੇ ਸਰੀਰ ਨੂੰ ਚੰਗਾ ਨਹੀਂ ਲੱਗਦਾ, ਖੁਰਾਕ ਛੱਡੋਗੇ ਤੇ ਦੁਰਬਲ ਹੋਵੇ। ਇੱਦਾਂ ਤੁਹਾਡਾ ਮਨ ਦੁਰਬਲ ਹੁੰਦਾ, ਤੁਹਾਨੂੰ ਚੰਗਾ ਨਹੀਂ ਲੱਗਦਾ। ਕੁਛ ਕੁ ਲੋਕ ਸਾਥ ਛੱਡ ਦੇਣ, ਨਾ ਪੁੱਛਣ, ਜਾਂ ਨੈਗੇਟਿਵ ਹੋ ਜਾਣ, ਨਿੰਦਾ ਕਰਨ ਲੱਗ ਜਾਣ, ਤੁਸੀਂ ਦੁਖੀ ਹੋ ਜਾਂਦੇ। ਉਹੀ ਹੋਇਆ ਨਾ, ਖੁਰਾਕ ਨਹੀਂ ਮਿਲੀ, ਮਨ ਦੁਰਬਲ ਹੋ ਗਏ। ਹੋਇਆ ਤਾਂ ਭਲਾ ਤੁਹਾਡਾ, ਪਰ ਮਨ ਨੂੰ ਚੰਗਾ ਨਹੀਂ ਲੱਗਦਾ, ਮਜ਼ਾ ਨਹੀਂ ਆਉਂਦਾ, ਨਿੰਦਾ ਹੋ ਰਹੀ। ਕਈ ਤੇ ਲੋਕ ਮਰ ਵੀ ਜਾਂਦੇ ਹਨ, ਨਿੰਦਾ ਨਹੀਂ ਸੁਣਦੇ। ਤੇ ਇਹ ਜਿਹੜੀ ਖੁਰਾਕ ਹੈ ਸੰਸਾਰ 'ਚੋਂ ਮਿਲਦੀ ਹੈ ਮਨ ਨੂੰ, ਤੇ ਮਨ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਤੇ ਫਿਰ ਇਹਨੂੰ ਖੁਰਾਕ ਨਾ ਮਿਲੇ ਤੇ ਇਹ ਦੁਰਬਲ ਹੁੰਦਾ ਹੈ। ਪਰ ਦੁਰਬਲਤਾ ਤੁਹਾਨੂੰ ਸਵੀਕਾਰ ਨਹੀਂ ਹੈ। ਤੁਸੀਂ ਚਾਹੁੰਦੇ ਹੋ ਵੀ ਇੱਦਾਂ ਹੋਣਾ ਨਹੀਂ ਚਾਹੀਦਾ, ਵੀ ਮੈਨੂੰ ਕੋਈ ਵੀ ਨਾ ਪੁੱਛੇ, ਕੋਈ ਵੀ ਨਾ ਪੁੱਛੇ। ਤੁਸੀਂ ਸੋਚੋ, ਐਸਾ ਤੁਸੀਂ ਖਿਆਲ ਥੋੜ੍ਹੀ ਕਰਦੇ। ਕੋਈ ਵੀ ਨਾ ਦੇਖੇ ਮੇਰੇ ਵੱਲ, ਕੋਈ ਵੀ ਨਾ ਧਿਆਨ ਦੇ। ਇਹ ਤੇ ਉਹ ਹੀ ਕਰ ਸਕਦਾ ਹੈ
ਜਿਹਨੂੰ ਅੰਦਰੋਂ ਧਿਆਨ ਮਿਲ ਜਾਵੇ। ਜਿਹਨੂੰ ਅੰਦਰੋਂ ਧਿਆਨ ਮਿਲ ਜਾਂਦਾ ਹੈ ਨਾ, ਉਹਨੂੰ ਤੇ ਸਾਗਰ ਮਿਲ ਗਿਆ। ਤੁਸੀਂ ਬਾਹਰੋਂ ਬੂੰਦਾਂ ਤੋਂ ਧਿਆਨ ਮੰਗਦੇ ਹੋ, ਛੋਟੀਆਂ ਛੋਟੀਆਂ ਬੂੰਦਾਂ। ਤੂੰ ਪਿਆਰ ਕਾ ਸਾਗਰ ਹੈ, ਤੇਰੀ ਇੱਕ ਬੂੰਦ ਕੇ ਪਿਆਸੇ ਹਾਂ। ਤੁਸੀਂ ਬੂੰਦਾਂ ਦੇ ਪਿਆਸੇ ਹੋ, ਬੂੰਦ ਬੂੰਦ ਦੇ। ਕਿੱਥੇ ਪਿਆਸ ਮਿਟਦੀ? ਅੰਦਰ ਸਾਗਰ ਹੈ। ਤੇ ਜਿਹੜਾ ਸਾਗਰ ਮਿਲ ਗਿਆ ਜਿਹਨੂੰ, ਉਹਦਾ ਤਾਂ ਸਾਰੇ ਪਾਸੇ ਹੀ ਧਿਆਨ ਹੋ ਗਿਆ, ਆਕਾਸ਼ ਦੇ ਵਿੱਚ ਫੈਲ ਗਿਆ ਧਿਆਨ। ਉਹਨੂੰ ਕੀ ਲੋੜ ਕਿਸੇ ਦੇ ਧਿਆਨ? ਪਰ ਬਾਹਰੋਂ ਧਿਆਨ ਪਹਿਲਾਂ ਹਟਾਉਣਾ ਪਵੇਗਾ। ਬਾਹਰੋਂ ਧਿਆਨ ਦੇਣਾ ਵੀ ਬੰਦ ਕਰਨਾ ਪਵੇਗਾ, ਧਿਆਨ ਮੰਗਣਾ ਵੀ ਬੰਦ ਕਰਨਾ ਪਵੇਗਾ। ਧਿਆਨ ਦੇਣਾ ਬੰਦ ਕਰੋਗੇ ਤਾਂ ਵੀ ਅਖੀਰ ਹੀ ਹੋਊਗੀ ਦੂਸਰਿਆਂ ਨੂੰ, ਧਿਆਨ ਮੰਗਣਾ ਬੰਦ ਕਰੋਗੇ ਤਾਂ ਵੀ। ਬਹੁਤ ਕਠਿਨ ਹੈ ਇਹ ਵੀ ਕੰਮ ਕਰਨਾ। ਫਿਰ ਮਨ ਦੀਆਂ ਆਦਤਾਂ ਹਨ, ਜੋ ਜੋ ਤੁਸੀਂ ਕਰ ਰਹੇ ਹੋ ਉਸੇ ਢੰਗ ਦਾ ਨਾਲ ਹੀ ਮਨ ਚੱਲਣਾ ਚਾਹੁੰਦਾ ਹੈ। ਤੇ ਇਹ ਮਨ ਦੀਆਂ ਆਦਤਾਂ ਹੀ ਤੁਹਾਡੀ ਹੋਂਦ ਹੈ। ਉਹਨਾਂ ਕਰਕੇ ਹੀ ਮਨ ਜੀਵਤ ਹੈ। ਤੁਹਾਨੂੰ ਪਤਾ ਵੀ ਲੱਗਦੀਆਂ ਹਨ, ਸੁਣਦੇ ਵੀ ਹੋ, ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਤਾਂ ਵੀ ਨਹੀਂ ਛੁੱਟਦੀ। ਦੇਖੋ ਤੁਸੀਂ ਤਾਂ ਦੂਰ ਹੋ, ਇੱਥੇ ਜਿਹੜੇ ਪ੍ਰੇਮੀ ਕੁਛ ਆਉਂਦੇ ਹਨ, ਹੁਣ ਰਹਿ ਵੀ ਰਹੇ ਹਨ, ਉਹਨਾਂ ਨੂੰ ਵੀ ਕਿਹਾ ਜਾਂਦਾ ਹੈ, ਉਹ ਵੀ ਸੁਣ ਵੀ ਲੈਂਦੇ ਹਨ, ਸਮਝ ਵੀ ਲੈਂਦੇ ਹਨ, ਫਿਰ ਭੁੱਲ ਜਾਂਦੇ ਹਨ। ਆਦਮੀ ਦਾ ਮਨ ਬਹੁਤ ਛੇਤੀ ਭੁੱਲਦਾ ਹੈ। ਵੀ ਤੁਸੀਂ ਮਨ ਦੀਆਂ ਆਦਤਾਂ ਛੱਡੋਗੇ ਤਾਂ ਹੀ ਮਨ ਛੁੱਟੇਗਾ ਨਾ। ਹੁਣ ਅਗਰ ਇੱਥੇ ਮੇਰੇ ਕੋਲ ਰਹਿੰਦਿਆਂ ਹੋਇਆਂ ਵੀ ਤੁਸੀਂ ਆਪਣੇ ਮਨ ਦੇ ਅਨੁਕੂਲ ਹੀ ਚੱਲਦੇ ਰਹੋਗੇ ਤੇ ਫਿਰ ਤੇ ਮਨ ਹੀ ਮਜ਼ਬੂਤ ਹੁੰਦਾ ਰਹੇਗਾ। ਤੁਸੀਂ ਆਪਣੇ ਮਨ ਦੇ ਅਨੁਕੂਲ ਛੱਡਣਾ ਹੈ ਚੱਲਣਾ। ਕਹਿੰਦੇ ਤਿਆਗੋ ਹੋ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ। ਮਨ ਦੀ ਮਤ ਛੱਡਣੀ ਹੈ। ਮਨ ਦੇ ਪਿੱਛੇ ਨਹੀਂ ਜਾਣਾ। ਪਰ ਬਹੁਤ ਕਠਿਨ ਹੈ, ਖਿਆਲ ਵਿੱਚ ਰੱਖੋ। ਹਾਂ, ਸਾਰੀਆਂ ਇੱਕਦਮ ਨਹੀਂ ਛੁੱਟਣਗੀਆਂ ਆਦਤਾਂ। ਅਗਰ ਇੱਕਦਮ ਹੀ ਛੁੱਟ ਜਾਣ ਤੇ ਫਿਰ ਤੇ ਛੁੱਟੀ ਹੋਊਗੀ, ਫਿਰ ਤੇ ਮਨ ਰਿਹਾ ਹੀ ਨਹੀਂ। ਹੌਲੀ ਹੌਲੀ ਛੁੱਟਣਗੀਆਂ, ਪਰ ਉਹ ਵੀ ਅਗਰ ਕੋਈ ਛੱਡਣ ਨੂੰ ਤਿਆਰ ਹੋਵੇਗਾ, ਕੋਲੇ ਰਹਿੰਦੇ ਹੋਏ ਵੀ ਮੈਂ ਆਪਣੇ ਮਨ ਦੀ ਨਹੀਂ ਮੰਨਣੀ, ਹੁਣ ਮੈਂ ਆਪਣੇ ਮਰਜ਼ੀ ਨਹੀਂ ਕਰਨੀ, ਆਪਣੇ ਮਨ ਦੀ ਨਹੀਂ ਮੰਨਣੀ ਹੈ, ਹੁਣ ਜੋ ਉਹਨਾਂ ਨੂੰ ਭਾਉਂਦਾ ਹੈ ਉਹ ਕਰਨਾ। ਜਿਨ੍ਹਾਂ ਕੋਲ ਅਸੀਂ ਰਹਿ ਰਹੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਸੁਣ ਰਹੇ ਹਾਂ, ਵੀ ਜਿੱਦਾਂ ਉਹਨਾਂ ਨੂੰ ਭਾਉਂਦਾ ਹੈ ਉੱਦਾਂ ਕਰਨਾ। ਅਗਰ ਬਹੁਤੀਆਂ ਗੱਲਾਂ ਕਰਨੀਆਂ ਉਹਨਾਂ ਨੂੰ ਨਹੀਂ ਭਾਉਂਦੀਆਂ ਹਨ ਤੇ ਮੈਂ ਨਹੀਂ ਕਰਨੀਆਂ ਹਨ, ਵੀ ਉਹਨਾਂ ਨੂੰ ਨਹੀਂ ਭਾਉਂਦੀਆਂ ਹਨ। ਹੁਣ ਤੁਹਾਡਾ ਮਨ ਗੱਲਾਂ ਕਰਨ ਨੂੰ ਕਰ ਰਿਹਾ ਹੈ, ਤੁਸੀਂ ਅਗਰ ਮਨ ਦੇ ਪਿੱਛੇ ਚੱਲਦੇ ਰਹੇ ਤੇ ਕਰਦੇ ਹੀ ਰਹੋਗੇ। ਅਗਰ ਤੁਸੀਂ ਇਹ ਖਿਆਲ ਕਰ ਲਓ ਵੀ ਮਨ ਦੇ ਪਿੱਛੇ ਨਹੀਂ ਜਾਣਾ ਹੈ, ਉਹਨਾਂ ਨੂੰ ਜੋ ਭਾਉਂਦਾ ਹੈ ਵੀ ਗੱਲਾਂ ਬਹੁਤੀਆਂ ਨਹੀਂ ਕਰਨੀਆਂ ਤੇ ਨਹੀਂ ਕਰਨੀਆਂ, ਦੇਖੋ ਗੱਲਾਂ ਕਰਨੀਆਂ ਹਟ ਜਾਣਗੀਆਂ। ਤੁਸੀਂ ਆਪਣੀ ਮਨ ਦੀ ਆਦਤ ਤੋਂ ਫਾਰਗ ਹੋਵੋ ਤੇ ਬਹੁਤ ਫਿਰ ਵੀ ਕਠਿਨ ਹੋਵੇਗਾ, ਮਨ ਫਿਰ ਵਿੱਚ ਕਰੇਗਾ, ਫਿਰ ਖਿਆਲ ਕਰੋਗੇ ਤੁਸੀਂ ਵੀ ਨਹੀਂ ਮਨ ਦੀ ਨਹੀਂ ਮੰਨਣੀ। ਇੱਦਾਂ ਹੀ ਹੌਲੀ ਹੌਲੀ ਹੋਰ ਆਦਤਾਂ ਜਿਹੜੀਆਂ ਮਨ ਦੀਆਂ ਬਾਹਰ ਨਹੀਂ,
ਕਿਸੇ ਘੁੰਮਣ ਦੀ ਆਦਤ ਹੈ, ਕਿਸੇ ਨੂੰ ਉਂ ਹੀ ਬਾਜ਼ਾਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਫਿਰ ਉਹਨੂੰ ਖਿਆਲ ਆਵੇਗਾ ਵੀ ਉਹ ਕਹਿੰਦੇ ਹਨ ਵੀ ਇਕਾਂਤ 'ਚ ਬੈਠੋ, ਸ਼ਾਂਤ ਬੈਠੋ। ਉਹਨਾਂ ਨੂੰ ਜੋ ਚੰਗਾ ਲੱਗਦਾ ਹੈ ਮੈਂ ਉੱਦਾਂ ਹੀ ਕਰਨਾ, ਤਾਂ ਉਹ ਵੀ ਛੁੱਟੇਗੀ। ਇਹ ਬਾਹਰਲੀਆਂ ਆਦਤਾਂ ਛੁੱਟੀਆਂ, ਫਿਰ ਧੀਰੇ ਧੀਰੇ ਅੰਦਰਲੀਆਂ ਆਦਤਾਂ ਜਿਹੜੀਆਂ ਮਾਨਸਿਕ ਹਨ, ਸੋਚਣ ਦੀਆਂ, ਕਿਸੇ ਬਾਰੇ ਬੁਰਾ ਸੋਚਣਾ, ਜੋ ਸੋਚਣ ਲੱਗੂਗਾ ਖਿਆਲ ਵਿੱਚ ਆਊਗਾ ਵੀ ਉਹ ਕਹਿੰਦੇ ਹਨ ਕਿਸੇ ਬਾਰੇ ਬੁਰਾ ਨਹੀਂ ਸੋਚਣਾ, ਕਿਸੇ ਦੇ ਔਗਣ ਨਹੀਂ ਦੇਖਣ, ਕਿਸੇ ਦੀ ਬੁਰਿਆਈ ਨਹੀਂ ਦੇਖਣੀ, ਕਿਸੇ ਦੀ ਨਿੰਦਾ ਨਹੀਂ ਕਰਨੀ। ਬੁਰਕਾ ਬੁਰਾ ਨਾ ਰਾਖੋ ਚੀਤ, ਉਹਨਾਂ ਨੇ ਵਾਰ-ਵਾਰ ਕਿਹਾ ਹੈ, ਐਸਾ ਨਹੀਂ ਕਰਨਾ। ਉਹ ਫਿਰ ਅੰਦਰ ਦੀ ਗੱਲ ਹੋਵੇਗੀ। ਪਹਿਲਾਂ ਬਾਹਰਲੀਆਂ ਛੁੱਟਣਗੀਆਂ ਤਾਂ ਹੀ ਅੰਦਰਲੀ ਛੁੱਟੇਗੀ। ਦੇਖੋ, ਤੇ ਬਹੁਤ ਕਠਿਨ ਹੈ ਮਨ ਦੀਆਂ ਆਦਤਾਂ ਛੱਡਣੀ, ਤੇ ਮਨ ਛੱਡਣਾ ਇੱਕੋ ਬਰਾਬਰ ਹੈ। ਖਿਆਲ ਵਿੱਚ ਰੱਖੋ।